ये तारीखी गांव जिसका नाम मंगू तारू है, जिला ननकाना साहब में वाक़ है। गांव की तरफ जाने वाले कुशादा और साफ सुथरे रास्ते ही गांव की खूबसूरती और सादगी का इशारा देते हैं। इस गांव में बहुत से मकानात ऐसे हैं जो अपनी पुरानी हालत में मौजूद है। जहां कभी सिख कम्युनिटी आबाद थी, ये गांव दो भाइयों मंगू और तारू के नामों से आबाद है। ये गांव क़याम पाकिस्तान से पहले एक शहर की हैसियत रखता था। ज़िला ननकाना और मोड़ खुंडा के बासी ज़रूरियात ज़िंदगी की चीज़ें ख़रीदने के लिए यहाँ तशरीफ़ लाते थे। इस गांव की सबसे ख़ास बात यह है कि यहाँ वही पुराने मकानात अपनी उसी हालत में मौजूद है जहाँ अब हमारे मुसलमान भाई क़याम पजीर है। इस गांव में ज़्यादातर राजपूत बरादरी मौजूद है। इस तारीख़ी गांव के हवाले से मज़ीद तफसीलात जानते हैं यहाँ के बासियों से। बिस्मिल्लाहिर्रहमानिर्रहीम, अस्सलाम वालेकुम। आप देख रहे हैं फैसलाबाद पॉइंट और मैं हूँ राना एहसान अली। और आज मैं ननकाना साहब के एक तारीख़ी गांव में मौजूद हूँ और यहाँ की सबसे जो ख़ास बात है वो ये है कि यहाँ पे पुराने मकानात मौजूद हैं जो कि सिखों के दौर के थे। जब बंटवारा हुआ तो यहाँ के जो रहायशी थे वो यहाँ से चले गए, जो कि सिख यहाँ पे मुकीम थे, और जो हमारे मुसलमान भाई थे वो इंडिया से यहाँ आके मुकीम हो गए। आज भी वो मकानात उसी हालत में मौजूद हैं, वही गलियाँ, वो पुराना सारा मंज़र। हमारे जो देखने वाले व्यूवर्स हैं जिनमें सिख कम्युनिटी बहुत ज़्यादा जो हमें वाच करती है, उनका शुक्रिया अदा करते हैं। आज स्पेशली उनके लिए ये वीडियो बनाई जा रही है क्योंकि उनका जो आबाई इलाका है वो उनको दिखाया जा रहा है। मेरे साथ यहाँ के रहायशी राना सफदर साहब मौजूद हैं जो मुकम्मल इन्फॉर्मेशन यहाँ की जानते हैं, उनसे सारी तफसीलात हासिल करते हैं। अस्सलाम वालेकुम सर। पंजाबी चलेगी और पंजाबी। अच्छा सर, सब तो पहले तो अपना तारफ कराओ। मेरा नाम जी सफदर चौधरी सफदर मैनू कहंदे ने ते इत्थे टोटल जिहड़ी ना राजपूत बरादरी रहिंदी असीं एक ही है सारे। मकान ਅਸੀਂ ਦੇਖ ਰਹੇ ਹਾਂ, ਅੰਦਰੋਂ ਜਾ ਕੇ ਵੀ ਅਸੀਂ ਦੇਖੇ ਨੇ। ਤੁਹਾਡੀ ਮਿਹਰਬਾਨੀ ਕਿ ਤੁਸੀਂ ਵਿਜ਼ਿਟ ਕਰਾਇਆ। ਨਹੀਂ ਕੋਈ ਗੱਲ ਨਹੀਂ। ਸਾਡੇ ਇਹ ਜਿਹੜੇ ਮਕਾਨ ਨੇ ਕਦੋਂ ਦੇ ਇਸੇ ਤਰ੍ਹਾਂ ਦੇ ਇਸੇ ਹਾਲਤ ਦੇ? ਤਕਰੀਬਨ ਸਾਡੇ ਵੱਡੇ ਦੱਸਦੇ ਨੇ ਤਕਰੀਬਨ 49 ਕੁ ਸਾਲ ਉਮਰ ਮੇਰੀ ਵੀ ਹੋ ਗਈ। ਅਸੀਂ ਹੁਣ 2 3 4 ਸਾਲ ਤੋਂ ਜ਼ਿਆਦਾ ਤੁਹਾਨੂੰ ਪਤਾ ਕਿ ਜਦੀਦ ਦੌਰ ਆ ਗਿਆ, ਲੋਕ ਹੁਣ ਨਾ ਪੈਸਾ ਆ ਗਿਆ, ਇਨਵੈਸਟ ਕਰਦੇ ਨੇ, ਨਹੀਂ ਉਹ ਇਹਨਾਂ ਨੂੰ ਪਸੰਦ ਕਰਦੇ। ਉਹਨਾਂ ਲੋਕਾਂ ਨੇ ਤੁਹਾਨੂੰ ਦਿਖਾਏ ਆ ਕਿ ਨਵੇਂ ਮਕਾਨ ਬਣਾ ਲਏ, ਜਦੀਦ ਦੌਰ ਆ। ਉਸ ਤੋਂ ਬਾਕੀ ਜਿਹੜੇ ਕੁਝ ਮਕਾਨ ਹੈ ਉਹ ਤੁਹਾਨੂੰ ਅਸੀਂ ਦਿਖਾਏ ਆ। ਇਹ ਤਾਰੀਖੀ ਇੱਕ ਸ਼ਹਿਰ ਸੀ ਮੰਗੂ ਤਾਰੂ। ਉਸ ਟਾਈਮ ਨਨਕਾਣਾ ਸਾਹਿਬ ਦੀ ਵੀ ਕੋਈ ਹਸੀਅਤ ਨਹੀਂ ਸੀ। ਮੰਡੀ ਫੈਜ਼ਾਬਾਦ ਬੁੱਚੇ ਕੀ ਸੈयद ਆਲਾ ਜਿਸ ਟਾਈਮ ਦੀ ਸਾਡੇ ਵੱਡੇ ਇੱਥੇ ਆਏ ਆ ਜਾਂ ਆਉਣ ਤੋਂ ਪਹਿਲੇ ਕੋਈ ਵੀ ਮਤਲਬ ਇੱਥੋਂ ਦੀ ਜ਼ਰੂਰੀਅਤ ਸੀ ਨਾ, ਇਹ ਸਾਰੀ ਇਸ ਮੰਗੂ ਤਾਰੂ ਚੋਂ ਮਿਲਦੀ। ਅੱਛਾ, ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਂਦੀਆਂ। ਸਾਡੇ ਵੱਡੇ ਸਾਨੂੰ ਦੱਸਦੇ ਨਨਕਾਣੇ ਕੋਲ ਨਹੀਂ ਮਿਲਦੀਆਂ, ਮਤਲਬ ਉਹ ਚੀਜ਼ਾਂ ਉਹ ਇੱਥੋਂ ਨਾ ਮੰਗੂ ਚੋਂ ਹਰ ਚੀਜ਼ ਜਿਹੜੀ ਸੀ ਨਾ, ਯਾਨੀ ਕਿ ਇਹ ਉਦੋਂ ਨਨਕਾਣੇ ਤੋਂ ਪਹਿਲੇ ਦਾ ਵੀ ਇਹ ਤਾਰੀਖੀ ਸ਼ਹਿਰ। ਹਾਂ ਬਿਲਕੁਲ ਤਾਰੀਖੀ ਸ਼ਹਿਰ। ਬੜੀ ਗੱਲ। ਇਹ ਤੁਹਾਨੂੰ ਅੱਗੇ ਦੱਸਿਆ ਕਿ ਆ ਮੇਨ ਚੌਕ ਸੀ ਤੇ ਇਹ ਇਹਦਾ ਮੇਨ ਬਾਜ਼ਾਰ ਸੀ। ਗਲੀਆਂ ਵੈਸੇ ਹੀ ਨੇ ਸਾਰੀਆਂ? ਗਲੀਆਂ ਉਹ ਹੀ ਅਸੀਂ ਨਹੀਂ ਛੇੜੀ। ਅੱਛਾ, ਵੈਸੇ ਪਿੰਡ ਵਾਲਿਆਂ ਦਾ ਰਹਿਣ ਸਹਿਣ कैसा जी? ਇਹ ਅਲਹਮਦੁਲਿਲਾ ਆਪਸ 'ਚ ਬਹੁਤ ਅੱਛੇ ਨੇ। ਹੁਣ ਤਾਂ ਬਹੁਤ ਜ਼ਿਆਦਾ ਸੁਲਝ ਗਏ ਨੇ ਲੋਕ, ਬਹੁਤ ਜ਼ਿਆਦਾ ਬਾਹਰ ਚਲੇ ਗਏ ਨੇ, ਬਾਹਰਲੇ ਮੁਲਕਾਂ ਦੇ ਵਿੱਚ ਸ਼ਹਿਰਾਂ 'ਚ ਚਲੇ ਗਏ ਨੇ ਬੱਚੇ ਪੜ੍ਹਾਉਣ ਵਾਸਤੇ। ਤੇ ਹੁਣ ਆਪਸ ਵਿੱਚ ਬਹੁਤ ਮੁਹੱਬਤ ਹੈ ਇਹਨਾਂ ਲੋਕਾਂ ਦੀ। ਸਰਕਾਰੀ ਮੁਲਾਜ਼ਮ ਵੀ ਨੇ ਬਹੁਤ ਜ਼ਿਆਦਾ ਨੇ ਮਾਸ਼ਾਅੱਲਾ। ਸਾਡੇ ਜੱਜ ਵੀ ਨੇ, ਵਕੀਲ ਵੀ ਨੇ, ਫੌਜ 'ਚ ਵੀ ਨੇ, ਪੁਲਿਸ 'ਚ ਵੀ ਨੇ, ਹਰ ਮਹਿਕਮੇ ਦੇ ਵਿੱਚ ਅਫਸਰ। ਬੜੀ ਤਰੱਕੀ ਕੀਤੀ ਹੈ ਜੀ ਅਲਹਮਦੁਲਿਲਾ। ਅੱਛਾ, ਇਹ ਜਿਹੜਾ ਮੰਗੂ ਤਾਰਾ ਵਾ ਇਹ ਕਿਹਦੇ ਨਾਂ ਤੋਂ ਮਸ਼ਹੂਰ ਹੋਇਆ? ਇਹ ਦੋ ਸਿੱਖ ਸੀ ਸਾਡੇ ਵੱਡੇ ਦੱਸਦੇ ਭਰਾ ਸੀ, ਮੰਗੂ ਔਰ ਤਾਰੂ। ਮੰਗੂ ਤਾਰੂ। ਹਾਂਜੀ ਮੰਗੂ ਤਾਰੂ। ਇਹ ਜਿਹੜਾ ਜਿੱਥੇ ਆਪਾਂ ਖੜੇ ਆ ਨਾ, ਇਹ ਉਹ ਮੰਗੂ ਸੀ। ਉਹ ਮੇਨ ਬਾਜ਼ਾਰ ਜਿਹੜਾ ਹੁਣ ਅਸੀਂ ਬਣਾਇਆ ਨਾ ਬਾਅਦ 'ਚ ਆਣ ਕੇ, ਉਹਦੇ ਪਰਲੇ ਪਾਸੇ ਉਹਨੇ ਆਪਣੇ ਛੋਟੇ ਭਰਾ ਨੂੰ ਦੱਸਦੇ ਕਿ ਇੱਕ ਛੋਟਾ ਜਿਹਾ ਨਾ ਮਤਲਬ ਠੱਟਾ ਟੈਪ ਲਾ ਲਓ, ਛੋਟੀ ਜਿਹੀ ਆਬਾਦੀ ਬਣਾ ਕੇ ਦਿੱਤੀ ਹੈ ਲਹਿਦਾ ਜਿਸ ਨਾਲ ਭਰਾ ਹੁੰਦੇ, ਉਹਦਾ ਨਾਮ ਉਹਨੇ ਤਾਰੂ ਰੱਖਤਾ। ਦੋ ਭਰਾ ਸੀ ਮੰਗੂ ਤਾਰੂ, ਜਿਹੜਾ ਸਾਨੂੰ ਵੱਡਿਆਂ ਨੇ ਦੱਸਿਆ। ਇਹਦਾ ਨਾਮ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਅਸੀਂ ਉਹ ਲੋਕ ਰਾਜ਼ੀ ਨੇ ਵੀ ਚੱਲ ਠੀਕ, ਅਸੀਂ ਇਸ ਨਾਂ ਤੋਂ ਮਸ਼ਹੂਰ। ਇਹ ਬੜਾ ਤਾਰੀਖੀ ਪਿੰਡ ਹੈ ਜੀ। ਮੇਰਾ ਇਹ ਹੈ ਸੀ, ਸਾਡੀ ਇੱਥੇ ਕਮੇਟੀ ਬਣੀ ਰਾਏ ਖੁਦਾ। ਮੈਂ ਕਈ ਦਫਾ ਇਹ ਗੱਲ ਵਿੱਚ ਰੱਖੀ, ਉਹਨਾਂ ਕਹਿੰਦੇ ਨਹੀਂ ਯਾਰ ਇੱਕ ਤਾਰੀਖੀ ਸ਼ਹਿਰ ਆ। ਨਹੀਂ, ਰਾਏ ਖੁਦਾ ਤੁਹਾਡੀ ਤਨਜ਼ੀਮ ਕੀ ਕਰਦੀ? ਅਸੀਂ ਮਸਲਨ ਆਪਣੇ ਕਬਰਸਤਾਨ ਦਾ, ਗਲੀਆਂ ਦਾ, ਸੜਕਾਂ ਦਾ, ਸਫਾਈ ਦਾ, ਨਾਲੀਆਂ ਦਾ, ਮਤਲਬ ਕੋਈ ਵੀ ਮਾਮਲਾਤ ਪਿੰਡ ਦੇ ਉਹਨੂੰ ਸਾਡੇ ਕੋਲ ਆਉਂਦੇ, ਅਸੀਂ ਹੱਲ ਕਰਦੇ। ਅੱਛਾ, ਉਹ ਮੇਰੇ ਫੰਡ ਸ਼ੰਡ ਹੁੰਦੇ ਨੇ, ਉਹ ਕਿੱਥੋਂ ਲੈਂਦੇ? ਉਹ ਫੰਡ ਸਾਡਾ ਪਿੰਡ ਸਾਨੂੰ ਤੁਹਾਡਾ ਪਿੰਡ ਦਿੰਦਾ। ਜਿੰਨਾ ਅਸੀਂ ਕਿਸੇ ਨੂੰ ਕਹਿ ਦੇਣਾ ਨਾ ਫੋਨ ਕਰਕੇ ਵੀ ਲੱਖ ਚਾਹੀਦਾ, 2000 ਚਾਹੀਦਾ, ਜਿੰਨੇ ਲੋਕ ਸਾਡੇ ਬਾਹਰ ਵੀ ਆ ਮਜ਼ਾਵਰ ਸੀ ਪਾਕਿਸਤਾਨੀ ਵੀ ਆ ਜਾਂ ਪਾਕਿਸਤਾਨ 'ਚ ਹੁਣ ਗਏ ਵੀ ਆ, ਉਹ ਵੀ ਸਾਨੂੰ ਅਸੀਂ ਜਿੰਨਾ ਕਿ ਸਾਨੂੰ ਭੇਜ ਦਿੰਦੇ। ਹੁਣ ਤੱਕ ਤੁਸੀਂ ਰਾਹੇ ਖੁਦਾ ਦੇ ਤਹਿਤ ਕਿਹੜਾ ਕੋਈ ਬਹੁਤ ਜ਼ਿਆਦਾ ਤੁਹਾਡੀ ਨਜ਼ਰ ਜਿਹੜਾ ਬਹੁਤ ਅੱਛਾ ਫਲਾਹੀ ਕੰਮ ਹੋ ਗਿਆ? ਉਹ ਜੀ ਅਸੀਂ ਆਪਣਾ ਕਬਰਸਤਾਨ ਬਣਾਇਆ, ਤਾਰੀਖੀ ਬਣਾਇਆ। ਉਹਦੇ ਵਿੱਚ ਐਡੀ ਐਡੀ ਦੱਬ ਸੀ, ਉਹਨੂੰ ਸੱਪ ਹੁੰਦੇ ਸੀ, ਜਨਾਜ਼ਾ ਪੜ੍ਹਿਆ ਨਹੀਂ ਜਾਂਦਾ, ਬਾਹਰ ਜ਼ਮੀਨਾਂ 'ਚ ਪੜ੍ਹਦੇ ਸਾਂ। ਉੱਥੇ ਤਕਰੀਬਨ ਅੱਲਾ ਕਮੀ ਪੇਸ਼ੀ ਮਾਫ ਕਰੇ 37 ਤੋਂ 38 ਲੱਖ ਰੁਪਈਆ ਲਾਇਆ ਤਾਂ ਇਸ ਪਿੰਡ ਨੇ ਦਿੱਤਾ। ਅੱਛਾ,
ਕਿੰਨੀ ਕੁ ਦੂਰ ਹੈ ਉਹ? ਇਹ ਨਾਲ ਹੀ ਆ ਤਕਰੀਬਨ। ਇਸ ਤੋਂ ਇਲਾਵਾ ਰਾਹੇ ਖੁਦਾ ਨੇ ਕੀ ਕੋਈ ਬਹੁਤ ਜ਼ਿਆਦਾ ਟੁੱਟੀਆਂ ਸੀ ਨਾਲੀਆਂ, ਉਹ ਮੁਰੰਮਤ ਕੀਤੀਆਂ। ਫਿਰ ਪੁਲੀਆਂ ਪਿੰਡ 'ਚ ਬਹੁਤ ਜ਼ਿਆਦਾ ਰਸਤੇ ਖਰਾਬ ਸੀ, ਉਹ ਸਹੀ ਕੀਤੇ। ਬੜੀ ਗੱਲ। ਉਸ ਤੋਂ ਬਾਅਦ ਹਸਪੀਟਲ ਦੀ ਦੀਵਾਰ ਉਹ ਤੇ ਸਾਡੇ ਦੀ ਸੀ, ਟੁੱਟੀ ਸੀ। अच्छा 2 किले ਦੀ ਤੋੜੀ, ਉਹ ਅਸੀਂ ਪਿੰਡ ਵਾਲੇ को पैसे लेके वो बनाई। नाज़रीन, इनकी बात आपने सुनी। इनका ये कहना है कि ये जो गांव है मंगू तारू, ये 2 भाई थे, मंगू और तारू, और इनके नामों पर ही ये गांव आबाद था। और ननकाना साहब और मोरखुंडा जो शहर हैं, इनसे पहले भी ये गांव मौजूद था और ज़रूरियाती ज़िंदगी की तमाम तर अशिया यहाँ से लोग आके हासिल करते थे। ये मेन बाज़ार है मंगू तारू का, और इनका ये कहना है कि बड़ा पुरअमन इलाका है ये। यहाँ पे ना ही तो चोरी डकैतियाँ होती हैं, ना ही यहाँ पे वारदातें होती हैं, ना ही कत्लो गारत होती है। बड़ा पुरअमन इलाका है, और यहाँ के ज़्यादातर रहायशी जो है वो बैरून मुल्क मुकीम है या वो सरकारी मुलाजमत पर फायज़ हैं। इसके अलावा एक राह खुदा तंजीम है इनकी जानब से बनाई गई, जिसने बहुत से फलाही काम किए। वो नौजवान डोनेशन करते हैं इसमें, जो बैरून मुल्क चले गए हैं या यहाँ के जो सरकर्दा अफराद हैं और कारोबारी शख्सियात हैं, वो फ़ंड देती है। और उसके बाद इस गाँव की तज़ीनो आराइश के लिए हंगामी इकदाम किए जाते हैं और फलाही मनसूबे लगाए जाते हैं, जिनमें इनका ये कहना है कि 40 लाख के करीब इन्होंने जनाजगाह के ऊपर ख़र्च करके एक अच्छी जनाजगाह बनाई और इस गांव को मिसाली बनाया। इसके अलावा और भी बहुत कुछ है इस गांव में, आपको आगे चल के दिखाते हैं।